ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਹਾਂ ਜਸਪਾਲ ਕੌਰ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮੰਡਗੜ੍ਹ ਵਿਖੇ ਹੈਲਥ ਕੇਅਰ ਦਾ ਵਿਸ਼ਾ ਪੜ੍ਹਾਉਂਦੀ ਹਾਂ ਅਤੇ ਅੱਜ ਮੈਂ ਤੁਹਾਨੂੰ ਐਮਪਲੋਏਬਿਲਿਟੀ ਸਕਿੱਲਸ ਦੇ ਕਲਾਸ 9ਵੀਂ ਦਾ ਯੂਨਿਟ ਪਹਿਲੇ ਦਾ ਸੈਸ਼ਨ 6ਵਾਂ ਪ੍ਰੋਨਾਊਂਸੀਏਸ਼ਨ ਪੜ੍ਹਾਉਣ ਜਾ ਰਹੀ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਪ੍ਰੋਨਾਊਂਸੀਏਸ਼ਨ ਬਾਰੇ। ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਪ੍ਰੋਨਾਊਂਸੀਏਸ਼ਨ ਦਾ ਮਤਲਬ ਹੁੰਦਾ ਹੈ ਕਿ ਜੋ ਵੀ ਚੀਜ਼ ਲਿਖੀ ਹੋਈ ਹੈ ਕਿਸੇ ਵੀ ਲੈਂਗੁਏਜ ਦੀ, ਇੰਗਲਿਸ਼ ਦੀ, ਪੰਜਾਬੀ ਦੀ, ਤਾਂ ਉਹਨੂੰ ਬੋਲਣਾ ਕਿੱਦਾਂ ਹੈ। ਜਿੱਦਾਂ ਵੀ ਉਸ ਚੀਜ਼ ਨੂੰ ਬੋਲਿਆ ਜਾਂਦਾ, ਉਸ ਸ਼ਬਦ ਨੂੰ ਬੋਲਿਆ ਜਾਂਦਾ, ਉਹਨੂੰ ਆਪਾਂ ਉਹਦੀ ਪ੍ਰੋਨਾਊਂਸੀਏਸ਼ਨ ਕਹਿ ਦਿੰਦੇ ਹਾਂ। ਜਿਵੇਂ ਕਿ ਇੱਕ ਵਰਡ ਹੋ ਗਿਆ ਕੈਟ, ਇੱਕ ਵਰਡ ਹੋ ਗਿਆ ਡੋਗ, ਤਾਂ DOG ਇਹਨੂੰ ਡੋਗ ਬੋਲਣਾ, ਤਾਂ ਇਹ ਇਹਦੀ ਪ੍ਰੋਨਾਊਂਸੀਏਸ਼ਨ ਹੋ ਗਈ ਹੈ। ਐਵੇਂ ਹੀ ਕੈਟ, CAT ਕੈਟ, ਤਿੰਨ ਵਰਡਸ ਨੂੰ ਮਿਲ ਕੇ, ਜਿਹੜੇ ਤਿੰਨ ਅਲਫਾਬੈਟਸ ਨੂੰ ਮਿਲ ਕੇ ਇੱਕ ਵਰਡ ਬਣੇ ਆ, ਅਤੇ ਇਹਨੂੰ ਜਿਹੜਾ ਬੋਲਣ ਦਾ ਇਹਦਾ ਤਰੀਕਾ ਹੈਗਾ ਉਹ ਇਹਦੀ ਪ੍ਰੋਨਾਊਂਸੀਏਸ਼ਨ ਹੈ। ਠੀਕ ਹੈ ਜੀ, ਤਾਂ ਇਹ ਹੁੰਦੀ ਹੈ ਪ੍ਰੋਨਾਊਂਸੀਏਸ਼ਨ। ਸਭ ਤੋਂ ਪਹਿਲਾਂ ਤਾਂ ਦੇਖੋ, ਮੈਂ ਤੁਹਾਨੂੰ ਇਸ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਆਪਾਂ ਗੱਲ ਕਰਨੀ ਹੈ ਇੰਗਲਿਸ਼ ਦੀ ਪ੍ਰੋਨਾਊਂਸੀਏਸ਼ਨ ਬਾਰੇ। ਠੀਕ ਹੈ ਜੀ, ਆਪਾਂ ਜਿਹੜੀ ਅੱਜ ਗੱਲ ਕਰਨੀ ਹੈ ਪ੍ਰੋਨਾਊਂਸੀਏਸ਼ਨ ਦੀ, ਉਹ ਇੰਗਲਿਸ਼ ਲੈਂਗੁਏਜ ਦੀ ਪ੍ਰੋਨਾਊਂਸੀਏਸ਼ਨ ਬਾਰੇ ਗੱਲ ਕਰਨੀ ਹੈ। ਕਹਿੰਦੇ ਕਿ ਜਦੋਂ ਵੀ ਕੋਈ ਇਨਸਾਨ ਇੰਗਲਿਸ਼ ਨੂੰ ਦੂਜੀ ਲੈਂਗੁਏਜ ਦੀ ਤਰ੍ਹਾਂ ਸਿੱਖਣ ਦੀ ਕੋਸ਼ਿਸ਼ ਕਰਦਾ, ਜਿਵੇਂ ਕਿ ਤੁਸੀਂ ਸਾਰੇ ਜਾਣੇ ਪੰਜਾਬ ਦੇ ਵਿੱਚ ਰਹਿੰਦੇ ਹੋ, ਮੈਂ ਵੀ ਪੰਜਾਬ 'ਚ ਰਹਿੰਦੀ ਹਾਂ, ਤਾਂ ਆਪਣੀ ਸਭ ਦੀ ਫਸਟ ਲੈਂਗੁਏਜ ਕੀ ਹੈ? ਪੰਜਾਬੀ। ਅਤੇ ਇੰਗਲਿਸ਼ ਫਿਰ ਕੀ ਹੋਈ? ਆਪਣੀ ਸੈਕਿੰਡ ਲੈਂਗੁਏਜ। ਜੇਕਰ ਆਪਾਂ ਇੰਗਲਿਸ਼ ਦੇ ਵਿੱਚ ਬੋਲ ਕੇ ਗੱਲ ਕਰਨਾ ਚਾਹਵਾਂਗੇ ਤਾਂ ਉਹ ਆਪਣੀ ਇੱਕ ਸੈਕਿੰਡ ਲੈਂਗੁਏਜ ਹੋਵੇਗੀ। ਅਤੇ ਕਹਿੰਦੇ ਜਦੋਂ ਵੀ ਆਪਾਂ ਕਿਸੇ ਵੀ ਜਦੋਂ ਆਪਾਂ ਇੰਗਲਿਸ਼ ਨੂੰ ਸੈਕਿੰਡ ਲੈਂਗੁਏਜ ਦੀ ਤਰ੍ਹਾਂ ਸਿੱਖਣਾ ਹੁੰਦਾ ਏ, ਤਾਂ ਉਸ ਸਮੇਂ ਆਪਾਂ ਆਪਣੀ ਪਹਿਲੀ ਲੈਂਗੁਏਜ ਦੀ ਤਰ੍ਹਾਂ ਹੀ ਉਹਨੂੰ ਬੋਲਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਜ਼ਰੂਰ ਤੁਸੀਂ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੋਵੇਗਾ, ਮੈਂ ਵੀ ਕੀਤਾ ਹੈ, ਕਿ ਜਦੋਂ ਆਪਾਂ ਅਗਰ ਇੰਗਲਿਸ਼ ਨੂੰ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਤਾਂ ਆਪਾਂ ਉਹਨੂੰ ਉਵੇਂ ਹੀ ਪੰਜਾਬੀ ਟੂ ਇੰਗਲਿਸ਼ ਆਪਾਂ ਬਣਾਉਣੀ ਸ਼ੁਰੂ ਕਰ ਦਿੰਦੇ ਹਾਂ ਤਾਂ ਕਿ ਆਪਾਂ ਇੰਗਲਿਸ਼ ਨੂੰ ਬੋਲ ਸਕੀਏ। ਠੀਕ ਹੈ ਜੀ, ਪਰ ਕਹਿੰਦੇ ਕਿ ਜਦੋਂ ਇੰਗਲਿਸ਼ ਬੋਲਦੇ ਹਾਂ ਤਾਂ ਫਿਰ ਆਪਾਂ ਆਪਣੇ ਹੀ ਜਿਹੜੇ ਰੂਲਸ ਹੈਗੇ, ਪੰਜਾਬੀ ਦੇ ਰੂਲਸ ਆਪਾਂ ਯੂਜ਼ ਕਰਦੇ ਹਾਂ। ਪਰ ਇਹ ਚੀਜ਼ ਜਿਹੜੀ ਹੈਗੀ ਹੈ, ਕਹਿੰਦੇ ਇੱਦਾਂ ਨਹੀਂ ਹੋਣੀ ਚਾਹੀਦੀ ਹੈਗੀ। ਆਪਾਂ ਨੂੰ ਇੰਗਲਿਸ਼ ਦੇ ਰੂਲਸ ਦੇ ਨਾਲ ਹੀ ਸਿੱਖਣਾ ਚਾਹੀਦਾ ਹੈ। ਕਹਿੰਦੇ ਇਸੇ ਤਰ੍ਹਾਂ ਕਿ ਕਈ ਜਿਹੜੇ ਟੀਚਰਸ ਹੁੰਦੇ ਨੇ ਜਿਹੜੇ ਇੰਗਲਿਸ਼ ਸਿਖਾਉਂਦੇ ਨੇ, ਤਾਂ ਉਹ ਇੰਗਲਿਸ਼ ਦੇ ਰੂਲਸ ਸਿਖਾਉਂਦੇ ਨੇ, ਤਾਂ ਹੀ ਆਪਾਂ ਇੰਗਲਿਸ਼ ਬੋਲਣੀ ਜਿਹੜੀ ਹੈਗੀ ਹੈ ਸਿੱਖ ਸਕਦੇ ਹਾਂ। ਠੀਕ ਹੈ ਜੀ, ਹੁਣ ਅਗਲੀ ਗੱਲ ਆਉਂਦੀ ਹੈ, ਇੱਕ ਚੀਜ਼ ਹੁੰਦੀ ਹੈ ਕਿ ਐਕਸੈਂਟ ਦਾ ਮਤਲਬ ਕੀ ਹੁੰਦਾ ਹੈ? ਜਦੋਂ ਜਿਹੜਾ ਵੀ ਕੋਈ ਵਰਡ ਹੈ, ਕੋਈ ਵੀ ਲੈਂਗੁਏਜ ਹੈ, ਕੋਈ ਭਾਸ਼ਾ ਹੈ, ਜਿਹੜਾ ਇਨਸਾਨ ਜਿਸ ਥਾਂ ਦਾ ਰਹਿਣ ਵਾਲਾ ਉਹਨੂੰ ਅਲੱਗ ਤਰੀਕੇ ਨਾਲ ਬੋਲਦਾ ਹੈ, ਉਹਦਾ ਐਕਸੈਂਟ ਬਣ ਜਾਂਦਾ। ਫੋਰ ਐਗਜ਼ਾਮਪਲ ਇੰਗਲਿਸ਼ ਦੀ ਜੇ ਆਪਾਂ ਗੱਲ ਕਰੀਏ ਤਾਂ ਇੰਗਲਿਸ਼ ਲੈਂਗੁਏਜ ਇੱਕੋ ਹੀ ਹੈ, ਪਰ ਇਹਦੇ ਐਕਸੈਂਟ ਬਹੁਤ ਸਾਰੇ ਨੇ। ਕਈ ਲੋਕ ਅਮੈਰੀਕਾ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਅਮੈਰੀਕਨ ਐਕਸੈਂਟ ਬਣ ਜਾਂਦਾ। ਕਈ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਆਸਟ੍ਰੇਲੀਅਨ ਬਣ ਜਾਂਦਾ ਐਕਸੈਂਟ। ਅਤੇ ਜਿਹੜੇ ਕੈਨੇਡਾ 'ਚ ਰਹਿੰਦੇ ਨੇ, ਕੈਨੇਡੀਅਨ ਐਕਸੈਂਟ ਬਣ ਜਾਂਦਾ। ਐਕਸੈਂਟ ਦਾ ਮਤਲਬ ਹੁੰਦਾ ਹੈ ਕਿ ਉਸ ਲੈਂਗੁਏਜ ਨੂੰ ਬੋਲਣ ਦਾ ਤਰੀਕਾ। ਹਰ ਕਿਸੇ ਦਾ ਐਕਸੈਂਟ ਜਿਹੜਾ ਹੈਗਾ ਉਹ ਅਲੱਗ ਹੋ ਸਕਦਾ। ਜਿਵੇਂ ਕਿ ਆਪਾਂ ਅਗਰ ਪੰਜਾਬੀ ਹਾਂ, ਅਗਰ ਆਪਾਂ ਪੰਜਾਬੀ ਇੰਗਲਿਸ਼ ਬੋਲ ਰਹੇ ਹਾਂ ਤਾਂ ਆਪਣਾ ਐਕਸੈਂਟ ਵੀ ਵੱਖਰਾ ਹੋਵੇਗਾ। ਠੀਕ ਹੈ ਜੀ, ਤਾਂ ਐਕਸੈਂਟ ਦਾ ਮਤਲਬ ਹੁੰਦਾ ਹੈ ਕਿ ਆਪਾਂ ਬੋਲਣ ਦੀ, ਜਦੋਂ ਆਪਾਂ ਬੋਲਦੇ ਹਾਂ ਕਿਸੇ ਵੀ ਲੈਂਗੁਏਜ ਨੂੰ, ਆਪਾਂ ਇੰਗਲਿਸ਼ ਦੀ ਗੱਲ ਕਰਦੇ ਹਾਂ, ਕਿ ਜਦੋਂ ਵੀ ਆਪਾਂ ਇੰਗਲਿਸ਼ ਲੈਂਗੁਏਜ ਨੂੰ ਬੋਲਦੇ ਹਾਂ ਤਾਂ ਜਿਹੜੀ ਉਹਦੇ ਵਿੱਚੋਂ ਆਪਣੀ ਸਾਊਂਡ ਪ੍ਰੋਡਿਊਸ ਹੁੰਦੀ ਹੈ, ਉਸ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਇੱਕ ਉਹਦਾ ਐਕਸੈਂਟ ਹੈ। ਠੀਕ ਹੈ ਜੀ, ਇਸੇ ਤਰ੍ਹਾਂ ਜਿਹੜਾ ਐਕਸੈਂਟ ਹੈਗਾ ਉਹ ਵੱਖਰਾ ਵੱਖਰਾ ਹੋ ਸਕਦਾ ਕਿਸੇ ਵੀ ਥਾਂ ਦੇ ਅਕੋਰਡਿੰਗ ਅਤੇ ਇਨਸਾਨ ਦੇ ਅਕੋਰਡਿੰਗ। ਕਿਹੜਾ ਇਨਸਾਨ ਕਿੱਥੇ ਰਹਿੰਦਾ ਉਹਦੇ ਅਕੋਰਡਿੰਗ ਉਹਦਾ ਜਿਹੜਾ ਐਕਸੈਂਟ ਹੈਗਾ ਉਹ ਅਲੱਗ ਅਲੱਗ ਹੋ ਸਕਦਾ। ਹੁਣ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ, ਇੱਕ ਚੀਜ਼ ਆਉਂਦੀ ਹੈ ਪ੍ਰੋਨਾਊਂਸੀਏਸ਼ਨ 'ਚ, ਫੋਨੈਟਿਕਸ ਦਾ ਮਤਲਬ ਹੁੰਦਾ ਹੈ, ਕਹਿੰਦੇ ਇਹ ਇੱਕ ਸਾਇੰਸ ਹੈ। ਜੋ ਆਪਾਂ ਬੋਲਦੇ ਹਾਂ ਉਸ ਭਾਸ਼ਾ ਦੀ ਆਵਾਜ਼ਾਂ ਦੀ ਸਾਇੰਸ ਹੈ, ਜਿਸ ਦੇ ਥਰੂ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਾਂ ਕਿਸ ਤਰ੍ਹਾਂ ਬੋਲਣਾ ਹੈ, ਅਤੇ ਜਿਹੜੀ ਇੱਕ ਇਨਸਾਨ ਦੀ ਜਿਹੜੀ ਭਾਸ਼ਾ ਹੈ ਉਹ ਕਿਸ ਤਰ੍ਹਾਂ ਦੀ ਹੋਵੇਗੀ। ਮਤਲਬ ਜਦੋਂ ਆਪਾਂ ਸਾਊਂਡਸ ਮਤਲਬ ਜਦੋਂ ਆਪਾਂ ਭਾਸ਼ਾ ਦੇ ਜਿਹੜੇ ਰੂਲਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਫੋਲੋ ਕਰਦੇ ਹਾਂ, ਤਾਂ ਫਿਰ ਕਿਸ ਤਰ੍ਹਾਂ ਦੀ ਭਾਸ਼ਾ ਬੋਲੀ ਜਾਵੇਗੀ, ਉਸ ਚੀਜ਼ ਨੂੰ ਆਪਾਂ ਫੋਨੈਟਿਕਸ ਕਹਿ ਦਿੰਦੇ ਹਾਂ। ਮਤਲਬ ਆਮ ਭਾਸ਼ਾ 'ਚ ਕਹਿ ਦਈਏ ਕਿਆ ਫੋਨੈਟਿਕਸ ਕੀ ਹੈ? ਕਿ ਸਟੱਡੀ ਹੈ। ਕਾਹਦੀ ਸਟੱਡੀ ਹੈ? ਭਾਸ਼ਾ ਨੂੰ ਸਟੱਡੀ ਕਰਨ ਦੀ ਸਟੱਡੀ ਹੈ। ਠੀਕ ਹੈ ਜੀ, ਅਤੇ ਕਹਿੰਦੇ ਜਦੋਂ ਆਪਾਂ ਦੇਖੋ ਕਿਸੇ ਵੀ ਵਰਡਸ ਨੂੰ ਪ੍ਰੋਨਾਊਂਸ ਕਰਦੇ ਹਾਂ, ਕਿਸੇ ਵੀ ਵਰਡਸ ਨੂੰ ਬੋਲਦੇ ਹਾਂ, ਤਾਂ ਉਸ ਸਮੇਂ ਆਪਾਂ ਆਵਾਜ਼ਾਂ ਦੀ ਵਰਤੋਂ ਕਰਦੇ ਹਾਂ। ਜਿਵੇਂ ਕਿ ਹੁਣ ਮੈਂ ਤੁਹਾਨੂੰ ਸਮਝਾ ਰਹੀ ਹਾਂ, ਮੈਂ ਬੋਲ ਰਹੀ ਹਾਂ, ਮੈਂ ਕੁਝ ਵੀ ਸਮਝਾਉਣ ਲਈ ਤੁਹਾਨੂੰ ਬੋਲ ਰਹੀ ਹਾਂ, ਅਤੇ ਬੋਲਣ ਦੇ ਵਿੱਚ ਮੈਂ ਕਾਹਦੀ ਸਹਾਇਤਾ ਲੈ ਰਹੀ ਹਾਂ? ਆਪਣੀ ਆਵਾਜ਼ ਦੀ। ਮੇਰੇ ਗਲੇ ਤੋਂ ਆਵਾਜ਼ ਨਿਕਲਦੀ ਹੈ, ਜਿਹਦੇ ਰਾਹੀਂ ਮੈਂ ਤੁਹਾਨੂੰ ਸਮਝਾ ਪਾ ਰਹੀ ਹਾਂ, ਜਿਹਦੇ ਰਾਹੀਂ ਮੈਂ ਬੋਲ ਪਾ ਰਹੀ ਹਾਂ ਅਤੇ ਆਪਣਾ ਮੈਸੇਜ ਤੁਹਾਡੇ ਤੱਕ ਪਹੁੰਚਾ ਪਾ ਰਹੀ ਹਾਂ।
ठीक है ना। तो यही ये कहना चाहते ने, इस दे विच भी यही चीज़ लिखी हुई है कि एवरी वर्ड इज़ मेड अप ऑफ वन और मोर साउंड्स। हर एक वर्ड, हर एक शब्द एक ਜਾਂ ਇੱਕ ਤੋਂ ਵੱਧ ਆਵਾਜ਼ ਦਾ ਬਣਿਆ ਹੁੰਦਾ ਹੈ। ठीक है, ਆਪਾਂ ਆਵਾਜ਼ਾਂ ਨੂੰ ਇਕੱਠੇ ਕਰਕੇ ਹੀ ਇੱਕ ਸ਼ਬਦ ਬਣਾਉਂਦੇ ਆ ਜੋ ਕਿ ਆਪਾਂ ਬੋਲਦੇ ਹਾਂ। ਜਿਵੇਂ ਕਿ ਤੁਹਾਨੂੰ ਯਾਦ ਹੋਊਗਾ ਜਦੋਂ ਆਪਾਂ ਬਹੁਤ ਛੋਟੇ ਹੁੰਦੇ ਆ, ਫਸਟ ਕਲਾਸ 'ਚ, ਸੈਕਿੰਡ ਕਲਾਸ 'ਚ, ਜਦੋਂ ਆਪਾਂ ਨੂੰ ਮਤਲਬ ਜੋੜ, ਸ਼ਬਦ ਜੋੜ ਸਿਖਾਇਆ ਜਾਂਦਾ ਪੰਜਾਬੀ 'ਚ, ਹਿੰਦੀ 'ਚ, ਇੰਗਲਿਸ਼ 'ਚ। ਤਾਂ ਦੇਖਿਆ ਕਿੱਦਾਂ ਆਪਾਂ ਨੂੰ ਜਿਹੜੇ ਟੀਚਰਸ ਹੁੰਦੇ ਨੇ ਕਿੱਦਾਂ ਸਿਖਾਉਂਦੇ ਹੁੰਦੇ ਨੇ, 2 ਵਰਡਸ 3 ਵਰਡਸ ਉਹਨਾਂ ਦੇ ਜੋੜ ਕੇ D+O ਡੂ, ਠੀਕ ਹੈ ਨਾ, G+O ਗੋ, ਮਤਲਬ ਉਹ ਆਪਾਂ ਨੂੰ ਸਿਖਾਉਂਦੇ ਹੁੰਦੇ ਆ ਕਿ ਪਹਿਲਾਂ ਆਪਾਂ ਕਿਵੇਂ ਇੱਕ ਸਾਊਂਡ ਨੂੰ ਕਿਵੇਂ ਬੋਲਣਾ, ਫਿਰ ਜਦੋਂ ਉਹਨਾਂ ਨੂੰ ਆਪਾਂ ਪਲੱਸ ਕਰ ਦੇਵਾਂਗੇ, ਆਪਸ 'ਚ ਜੋੜ ਦੇਵਾਂਗੇ, ਤਾਂ ਫਿਰ ਉਹਨਾਂ ਨੂੰ ਆਪਾਂ ਇਕੱਠੇ ਕਿੱਦਾਂ ਬੋਲਣਾ। ਠੀਕ ਹੈ, ਯਾਦ ਆਈ ਤੁਹਾਨੂੰ ਇਹ ਚੀਜ਼? ਇਸ ਚੀਜ਼ ਨੂੰ ਮਾਈਂਡ 'ਚ ਰੱਖੋ ਕਿ ਇਹੀ ਚੀਜ਼ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਕਿਸੇ ਵੀ ਭਾਸ਼ਾ ਨੂੰ ਬੋਲਣਾ ਹੈ, ਤਾਂ ਜਦੋਂ ਆਪਾਂ ਸ਼ਬਦਾਂ ਨੂੰ ਬੋਲਣਾ ਤਾਂ ਆਪਾਂ ਉਹਦੇ ਵੱਖਰੇ ਵੱਖਰੇ ਅਲਫਾਬੈਟਸ ਨੂੰ ਜੋੜ ਕੇ ਉਹਨੂੰ ਬੋਲਣ ਦੀ ਵੱਖਰੀਆਂ ਵੱਖਰੀਆਂ ਆਵਾਜ਼ਾਂ ਨੂੰ ਜੋੜ ਕੇ ਇੱਕ ਆਵਾਜ਼ ਬਣਾਉਂਦੇ ਆ, ਇੱਕ ਵਰਡ ਬਣਾਉਂਦੇ ਆ। ਠੀਕ ਹੈ, ਜਿਵੇਂ ਕਿ ਹੁਣ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਹੈ, ਕਹਿੰਦੇ ਕਿ ਜਿਹੜਾ ਵਰਡ ਹੁੰਦਾ ਹੈ ਨਾ ਡੌਗ, ਉਹ 3 ਸਾਊਂਡਸ ਤੋਂ ਮਿਲ ਕੇ ਬਣਿਆ ਹੋਇਆ ਹੈ। ਕਿਵੇਂ? DOG, 3 ਸਾਊਂਡਸ ਹੋ ਗਈਆਂ। ਠੀਕ ਹੈ ਨਾ, ਇਹ 3 ਸ਼ਬਦ ਹੋ ਗਏ ਅਤੇ 3 ਸਾਊਂਡਸ ਹੋ ਗਈਆਂ। ਇਹਨਾਂ ਤਿੰਨਾਂ ਨੂੰ ਮਿਲ ਕੇ ਹੀ ਫਿਰ ਆਪਣਾ ਜਿਹੜਾ ਪੂਰਾ ਬਣਿਆ ਡੌਗ, DOG। ਠੀਕ ਹੈ, ਇਸੇ ਤਰ੍ਹਾਂ ਦੂਜੀ ਐਗਜ਼ਾਮਪਲ ਦਿੱਤੀ ਇਹਨਾਂ ਨੇ ਕੈਟ ਦੀ, ਕੀ ਕਹਿੰਦੇ? CAT, ਇਹਨਾਂ ਤਿੰਨਾਂ ਨੂੰ ਮਿਲ ਕੇ ਕੀ ਬਣਿਆ? ਕੈਟ। ਅਤੇ ਕਹਿੰਦੇ ਇੱਕ ਗੱਲ ਹੋਰ ਕਿ ਜਦੋਂ ਆਪਾਂ ਇੰਗਲਿਸ਼ ਦੇ ਵਿੱਚ ਜਦੋਂ ਆਪਾਂ ਗੱਲ ਕਰੀਏ ਤਾਂ ਇੰਗਲਿਸ਼ ਦੇ ਅਲਫਾਬੈਟਸ ਹੁੰਦੇ ਨੇ 26 ਅਲਫਾਬੈਟਸ ਹੁੰਦੇ ਨੇ A to Z। ਪਰ ਕਹਿੰਦੇ ਇਹਨਾਂ ਦੀ ਜਿਹੜੀ ਭਾਸ਼ਾ ਹੈ, ਜੋ ਇਹਨਾਂ ਨੂੰ ਬੋਲਣ ਦਾ ਤਰੀਕਾ ਹਰ ਇੱਕ ਅਲਫਾਬੈਟ ਦਾ, ਉਹ ਅਲੱਗ ਅਲੱਗ ਹੈ। ਮਤਲਬ ਇਹਦਾ ਇਹ ਹੈ, ਕਹਿੰਦੇ ਕਿ ਜੇਕਰ 26 ਅਲਫਾਬੈਟਸ ਨੇ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਸਿਰਫ 26 ਹੀ ਸਾਊਂਡਸ ਬੋਲ ਸਕਦੇ ਹਾਂ। 26 ਤੋਂ ਵੱਧ ਜਿਹੜੀ ਹੈਗੀ ਸਾਊਂਡਸ ਨਿਕਲਦੀਆਂ ਨੇ। ਠੀਕ ਹੈ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ, ਜਿਵੇਂ ਜੀ ਹੈ ਇੱਕ ਵਰਡ, ਜਿਹੜਾ ਜੀ ਹੈ ਦੇਖੋ ਕਈ ਵਰਡਸ ਦੇ ਵਿੱਚ ਤਾਂ ਉਹ ਜੀ ਹੀ ਬੋਲਿਆ ਜਾਂਦਾ, ਕਈ ਵਰਡਸ ਦੇ ਵਿੱਚ ਉਹਦੀ ਆਵਾਜ਼ ਜਿਹੜੀ ਨਿਕਲਦੀ ਹੈ ਗ ਨਿਕਲਦੀ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਜਿੰਜਰ, GINGER, ਜਿੰਜਰ ਕੀ ਹੁੰਦਾ? ਅਦਰਕ। ਜਿੰਜਰ ਦੇ ਵਿੱਚ ਤਾਂ ਜੀ ਦੀ ਆਵਾਜ਼ ਹੀ ਨਿਕਲ ਰਹੀ ਹੈ। ਬਟ ਅਗਰ ਆਪਾਂ ਗੱਲ ਕਰੀਏ ਗੋਟ, GOAT, ਗੋਟ, ਤਾਂ ਗੋਟ ਦੇ ਵਿੱਚ ਦੇਖੋ ਜੀ ਹੈ, GOAT, ਪਰ ਜੀ ਦੀ ਜਿਹੜੀ ਆਵਾਜ਼ ਨਿਕਲ ਰਹੀ ਹੈ ਉਹ ਗ। ਠੀਕ ਹੈ, ਤਾਂ ਮੈਂ ਤੁਹਾਨੂੰ ਇਹੀ ਗੱਲ ਸਮਝਾਉਣਾ ਚਾਹੁੰਦੀ ਹਾਂ ਕਿ ਇੱਕ ਵਰਡ ਇੱਕੋ ਹੀ ਹੋਊਗਾ, ਪਰ ਹਰ ਇੱਕ ਵਰਡ ਦੀ ਅਲੱਗ ਅਲੱਗ ਜਿਹੜੀ ਭਾਸ਼ਾ ਹੈਗੀ ਆ, ਉਹ ਅਲੱਗ ਅਲੱਗ ਜਿਹੜਾ ਸਾਊਂਡ ਹੈ ਉਹ ਹੋ ਸਕਦਾ। ਠੀਕ ਹੈ, ਸੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ। ਉਸ ਤੋਂ ਬਾਅਦ ਹੈ ਅਗਲੀ ਗੱਲ ਕਿ ਜਿਹੜੇ ਆਪਣੇ ਇੰਗਲਿਸ਼ ਦੇ ਵਿੱਚ ਜਦੋਂ ਆਪਾਂ ਬੋਲਦੇ ਹਾਂ ਨਾ, ਕਿ ਅਲੱਗ ਅਲੱਗ ਤਰ੍ਹਾਂ ਦੀ ਭਾਸ਼ਾ ਹੁੰਦੀ ਹੈ, ਅਲੱਗ ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ, ਕਹਿੰਦੇ ਵੋਵਲਸ। ਵੋਵਲਸ ਜਿਹੜੇ ਹੁੰਦੇ ਨੇ, ਕਹਿੰਦੇ 5 ਵੋਵਲਸ ਹੁੰਦੇ ਨੇ ਇੰਗਲਿਸ਼ ਦੇ ਵਿੱਚ, AEIOU। ਪਰ ਕਹਿੰਦੇ ਇਹਨਾਂ ਦੀਆਂ ਆਵਾਜ਼ਾਂ ਅਲੱਗ ਅਲੱਗ ਨਿਕਲਦੀਆਂ ਹੈ, ਅਤੇ 5 ਵੋਵਲ ਸਾਊਂਡਸ ਜਿਹੜੇ ਵੋਵਲਸ ਹੁੰਦੇ ਨੇ ਉਹਨਾਂ ਦੀਆਂ ਸਾਊਂਡਸ ਨਿਕਲਦੀਆਂ ਨੇ 12। ਠੀਕ ਹੈ, ਤਾਂ ਇਸ ਕਰਕੇ ਕਹਿੰਦੇ ਇਹਦਾ ਮਤਲਬ ਇਹ ਹੈ ਕਿ ਆਪਾਂ ਜਿਹੜੇ ਵੋਵਲਸ ਨੇ ਉਹਨਾਂ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਪ੍ਰਨਾਊਂਸ ਕਰ ਸਕਦੇ ਹਾਂ, ਅਲੱਗ ਅਲੱਗ ਤਰੀਕੇ ਦੇ ਨਾਲ ਉਹਨਾਂ ਨੂੰ ਬੋਲ ਸਕਦੇ ਹਾਂ। ਇੱਕ ਦਾ ਨਾ ਐਗਜ਼ਾਮਪਲ ਦਿੱਤੀ ਹੈ, ਦੇਖੋ ਕਹਿੰਦੇ ਜਿਵੇਂ ਜਿਹੜਾ ਵੋਵਲ ਇੱਕ ਲੈਟਰ ਹੈ ਆਈ, ਕਹਿੰਦੇ ਆਈ ਨੂੰ ਆਪਾਂ ਆਈ ਬੋਲਦੇ ਹਾਂ, ਪਰ ਜਦੋਂ ਇਹਨੂੰ ਆਪਾਂ ਲਿਖ ਦਈਏ BIT, ਬਿਟ, ਇਹਨੂੰ ਬੋਲਣਾ ਆਪਾਂ ਕਿੱਦਾਂ ਹੈ? ਬਿਟ। ਆਈ ਤਾਂ ਨਹੀਂ ਬੋਲਿਆ, ਬਾਈਟ ਤਾਂ ਨਹੀਂ ਬੋਲਿਆ, ਆਪਾਂ ਬਿਟ ਬੋਲਿਆ। ਠੀਕ ਹੈ, ਤਾਂ ਕਹਿੰਦੇ ਇਸੇ ਤਰ੍ਹਾਂ ਇਹ ਗੱਲ ਹੈ ਕਿ ਆਈ ਹੈ ਜਿਹੜਾ, ਉਹਨੂੰ ਕਿਤੇ ਕਿਤੇ ਆਈ ਵੀ ਬੋਲਿਆ ਜਾ ਸਕਦਾ, ਕਿਤੇ ਕਿਤੇ ਹੁਣ ਈ ਵੀ ਬੋਲਿਆ ਜਾ ਸਕਦਾ। ਹੁਣ ਇਹਨੂੰ ਇੱਥੇ ਜਿਵੇਂ ਬਿਟ ਬੋਲਿਆ ਗਿਆ। ਠੀਕ ਹੈ ਜੀ, ਉਸ ਤੋਂ ਬਾਅਦ ਇਹ ਹੋ ਗਏ ਵੋਵਲਸ। ਠੀਕ ਹੈ, ਤੁਹਾਨੂੰ ਸਮਝ ਆਇਆ ਸਾਰਿਆਂ ਨੂੰ ਕਿ ਪਹਿਲਾ ਜਿਹੜਾ ਟਾਈਪ ਹੈਗਾ ਉਹ ਕੀ ਹੈ? ਵੋਵਲਸ। ਕਿ ਵੋਵਲਸ ਹੁੰਦੇ ਨੇ 5 ਵੋਵਲਸ ਹੁੰਦੇ ਨੇ, ਪਰ ਇਹਨਾਂ ਦੀਆਂ ਅਲੱਗ ਅਲੱਗ 12 ਜਿਹੜੀਆਂ ਹੈਗੀਆਂ ਇਹਨਾਂ ਦੀ ਆਵਾਜ਼ਾਂ ਨਿਕਲ ਸਕਦੀਆਂ। ਉਸ ਤੋਂ ਬਾਅਦ ਅਗਲੀ ਗੱਲ ਆਉਂਦੀ ਹੈ, ਦੂਸਰੀ ਟਾਈਪ ਹੈ ਡਾਇਫਥੋਂਗਸ। ਜਿਹੜੇ ਡਾਇਫਥੋਂਗਸ ਹੁੰਦੇ ਨੇ ਉਹ 'ਚ ਕੀ ਹੁੰਦਾ? ਕਹਿੰਦੇ ਕਿ 2 ਵੋਵਲਸ ਨੂੰ ਜੋੜ ਕੇ ਇੱਕ ਜਿਹੜਾ ਸ਼ਬਦ ਬਣਦਾ ਉਹਨੂੰ ਡਾਇਫਥੋਂਗ ਕਹਿ ਦਿੰਦੇ ਆ। ਠੀਕ ਹੈ, ਸਮਝ ਆਈ ਗੱਲ? ਕਿ 2 ਵੋਵਲਸ ਨੂੰ ਜੋੜ ਕੇ ਜਿਹੜਾ ਇੱਕ ਸ਼ਬਦ ਬਣ ਜਾਂਦਾ ਉਹਨੂੰ ਡਾਇਫਥੋਂਗ ਕਿਹਾ ਜਾਂਦਾ। ਕਹਿੰਦੇ ਜਿਵੇਂ ਕਿ ਐਗਜ਼ਾਮਪਲ ਹੈ OU, ਓ ਅਤੇ ਯੂ ਐਸੇ ਇਕੱਲੇ ਵੋਵਲ ਹੈ, ਆਪਾਂ ਪਿੱਛੇ ਪੜ੍ਹ ਕੇ ਹਟੇ ਨਾ ਕਿ ਵੋਵਲ ਕਿਹੜੇ ਕਿਹੜੇ ਹੁੰਦੇ ਨੇ, AEIOU, ਹੈ ਨਾ। ਪਰ ਇਹ ਕੀ ਹੈ, ਜਦੋਂ 2 ਵੋਵਲਸ ਨੂੰ ਜੋੜ ਕੇ ਬਣਾਇਆ ਗਿਆ ਇੱਕ ਵਰਡ ਹੈ, ਤਾਂ ਇਹਦੇ ਵਿੱਚ 2 ਵੋਵਲਸ ਆ ਗਿਆ, OU ਨੂੰ ਜੋੜਿਆ ਅਤੇ 1 2 ਡਾਇਫਥੋਂਗ ਬਣ ਗਿਆ।
ਦੋ ਵੋਵਲਸ ਨੂੰ ਜੋੜ ਕੇ ਇੱਕ ਡਾਇਫਥੋਂਗ ਬਣ ਗਿਆ। ਕਹਿੰਦੇ ਐਵੇਂ ਜਿਵੇਂ OU ਨੂੰ ਲਿਖਿਆ ਹੋਇਆ ਦੇਖੋ ਹਾਊਸ ਦੇ ਵਿੱਚ HOUSE, ਇਹ ਕੰਬੀਨੇਸ਼ਨ ਬਣ ਗਿਆ ਦੋ ਵੋਵਲਸ ਦਾ। ਇਹਨੂੰ ਕੀ ਬੋਲਦੇ ਆ ਆਪਾਂ? ਹਾਊਸ, HOUSE। ਠੀਕ ਹੈ ਜੀ। ਤਾਂ ਇਹ ਕੀ ਬਣ ਗਿਆ? ਇੱਕ ਡਾਇਫਥੋਂਗ ਵਰਡ ਬਣ ਗਿਆ। ਪਹਿਲਾਂ ਆਪਾਂ ਜੋ ਪੜ੍ਹਿਆ ਸੀ ਉਹ ਵੋਵਲ ਸੀਗਾ, ਵੋਵਲਸ ਨੂੰ ਜੋੜ ਕੇ ਬਣਿਆ ਡਾਇਫਥੋਂਗ। ਹੁਣ ਅਗਲੀ ਗੱਲ, ਤੀਸਰਾ ਕੀ ਹੈ? ਤੀਸਰਾ ਹੈਗਾ ਇਹ ਕੰਸੋਨੈਂਟ। ਠੀਕ ਹੈ, ਕੰਸੋਨੈਂਟ ਕਹਿੰਦੇ ਉਹ ਆਵਾਜ਼ ਜੋ ਨਾ ਤਾਂ ਡਾਇਫਥੋਂਗ ਹੋਊਗੀ ਤੇ ਨਾ ਹੀ ਵੋਵਲ ਹੋਊਗੀ, ਪਰ ਜਿਹੜੇ ਬਾਕੀ ਅਲਫਾਬੈਟਸ ਨੇ ਉਹਨਾਂ ਨੂੰ ਮਿਲ ਕੇ ਬਣੀ ਹੋਈ ਹੋਊਗੀ। AEIOU ਇਹ ਤਾਂ ਵੋਵਲਸ ਹੋ ਗਏ। ਇਸ ਤੋਂ ਇਲਾਵਾ ਵੀ ਤਾਂ ਆਪਣੇ ਕੋਲ ਕਿੰਨੇ 21 ਜਿਹੜੇ ਆਪਣੇ ਅਲਫਾਬੈਟਸ ਹੈ ਇੰਗਲਿਸ਼ ਦੇ ਉਹ ਬਚ ਗਏ ਨਾ। ਤਾਂ ਉਹ ਜਿਹੜੇ ਅਲਫਾਬੈਟਸ 21 ਬਚੇ ਹੈ ਉਹਨਾਂ ਨੂੰ ਮਿਲ ਕੇ ਜਿਹੜੀ ਵੀ ਆਵਾਜ਼ ਬਣੇਗੀ, ਜਿਹੜਾ ਵੀ ਸ਼ਬਦ ਬਣੇਗਾ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕੰਸੋਨੈਂਟ। ਫੋਰ ਐਗਜ਼ਾਮਪਲ ਇੱਥੇ ਇਹਨਾਂ ਨੇ ਕਿਹਾ ਲੈਟਰਸ ਨੇ P ਤੇ T ਨੂੰ ਬੋਲਣਾ। ਪੋਟ, ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਪੋਟ ਦੀ, POT। ਦੋ ਕੰਸੋਨੈਂਟ ਇਹਦੇ ਵਿੱਚ ਕਿਹੜੇ ਨੇ? P ਐਂਡ T। ਉਹ ਕੀ ਹੈ? ਉਹ ਤਾਂ ਵੋਵਲ ਹੈ। ਠੀਕ ਹੈ, ਤਾਂ ਜਿਹੜੇ ਵਰਡ ਨਾ ਤਾਂ ਵੋਵਲ ਹੈ ਨਾ ਹੀ ਡਾਇਫਥੋਂਗ ਹੈ, ਉਹ ਕੀ ਹੁੰਦੇ ਨੇ? ਕੰਸੋਨੈਂਟ। ਸੋ ਕੰਸੋਨੈਂਟ ਦੀ ਜਿਹੜੀ ਆਵਾਜ਼ ਨਿਕਲਦੀ ਹੈ ਉਹ ਵੀ ਇੱਕ ਪ੍ਰੋਨਾਊਂਸੀਏਸ਼ਨ ਦੀ ਕਿਸਮ ਆ ਜਾਂਦੀ ਹੈ। ਠੀਕ ਹੈ ਜੀ, ਸਮਝ ਆਈ ਸਾਰਿਆਂ ਨੂੰ ਕਿ ਤਿੰਨ ਕਿਸਮ ਦੇ ਆਵਾਜ਼ਾਂ ਕਿਹੜੀਆਂ ਕਿਹੜੀਆਂ ਤਿੰਨ ਕਿਸਮ ਦੀਆਂ ਨਿਕਲਦੀਆਂ ਨੇ? ਇੱਕ ਤਾਂ ਵੋਵਲਸ ਦੀ, ਇੱਕ ਡਾਇਫਥੋਂਗ ਦੀ ਤੇ ਇੱਕ ਕੰਸੋਨੈਂਟਸ ਦੀ। ਇਹਨਾਂ ਤਿੰਨਾਂ ਤਰੀਕਿਆਂ ਦੇ ਨਾਲ ਆਪਾਂ ਜਿਹੜੇ ਇੰਗਲਿਸ਼ ਦੇ ਵਰਡਸ ਹੈ ਉਹਨਾਂ ਨੂੰ ਪ੍ਰੋਨਾਊਂਸ ਕਰ ਸਕਦੇ ਹਾਂ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਜਿਹੜਾ ਇਹ ਪ੍ਰੋਨਾਊਂਸੀਏਸ਼ਨ ਦਾ ਟੌਪਿਕ ਹੈਗਾ ਸਮਝ ਆਇਆ ਹੋਊਗਾ। ਤੁਸੀਂ ਸਾਰਿਆਂ ਨੇ ਆਪਣੀ ਇੰਗਲਿਸ਼ ਦੀ ਬੁੱਕ ਦੇ ਵਿੱਚੋਂ ਇੰਗਲਿਸ਼ ਦੇ ਲੈਸਨਸ, ਇੰਗਲਿਸ਼ ਦੀਆਂ ਪੋਇਮਸ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਤੁਸੀਂ ਪ੍ਰੋਨਾਊਂਸੀਏਸ਼ਨ ਸਹੀ ਤਰੀਕੇ ਨਾਲ ਸਿੱਖ ਸਕੋ। ਠੀਕ ਹੈ ਜੀ, ਹਰ ਇੱਕ ਵਰਡ ਨੂੰ ਬੋਲਣ ਦਾ ਇੱਕ ਤਰੀਕਾ ਹੈ। ਅਤੇ ਅੱਜ ਕੱਲ੍ਹ ਅਗਰ ਤੁਹਾਡੇ ਸਭ ਕੋਲ ਫ਼ੋਨ ਹੈਗੇ ਨੇ, ਫ਼ੋਨ ਅਵੇਲੇਬਲ ਨੇ, ਤੁਸੀਂ ਸਾਰੇ ਜਾਣੇ ਗੂਗਲ ਦੇ ਉੱਤੇ ਪ੍ਰੋਨਾਊਂਸੀਏਸ਼ਨ ਜਿਹੜੀ ਹੈਗੀ ਹੈ ਚੈੱਕ ਕਰ ਸਕਦੇ ਹੋ ਕਿ ਕਿੱਦਾਂ ਕਿਸੇ ਵਰਡ ਨੂੰ ਬੋਲਿਆ ਜਾਂਦਾ ਹੈ। ਠੀਕ ਹੈ ਜੀ, ਥੈਂਕ ਯੂ।